ਡੈਟਾਬੇਸ ਦੀ ਗੱਲ ਆਪਾਂ ਕਰ ਰਹੇ ਸੀ, ਡੈਟਾਬੇਸ ਮੈਨੇਜਮੈਂਟ ਸਿਸਟਮ ਦੀ। ਡੈਟਾਬੇਸ ਮੈਨੇਜਮੈਂਟ ਸਿਸਟਮ ਨੂੰ ਕੌਣ-ਕੌਣ ਯੂਜ਼ਰ ਨੇ ਜਿਹੜੇ ਯੂਜ਼ ਕਰ ਸਕਦੇ ਨੇ ਜਾਂ ਯੂਜ਼ ਕਰਦੇ ਨੇ ਪ੍ਰੈਕਟੀਕਲੀ, ਉਹ ਕਿਸ ਕੈਟੇਗਰੀ ਦੇ ਯੂਜ਼ਰ ਹੋ ਸਕਦੇ ਨੇ? ਯੂਜ਼ਰਸ ਆਫ ਡੈਟਾਬੇਸ। ਸਭ ਤੋਂ ਇੰਪੋਰਟੈਂਟ ਯੂਜ਼ਰ ਹੈ ਜੋ, ਉਹ ਹੈ ਡੈਟਾਬੇਸ ਐਡਮਿਨਿਸਟ੍ਰੇਟਰ, ਜੋ ਪੂਰੇ ਡੈਟਾਬੇਸ ਨੂੰ ਕੰਟਰੋਲ ਕਰਕੇ ਰੱਖਦਾ ਹੈ, ਜਿਸ ਦੇ ਅੰਡਰ ਕੰਟਰੋਲ ਹੈ ਸਾਰਾ ਡੈਟਾਬੇਸ। ਡੈਟਾਬੇਸ ਐਡਮਿਨਿਸਟ੍ਰੇਟਰ, ਉਹਦੀ ਪੂਰੀ ਜ਼ਿੰਮੇਵਾਰੀ ਹੈ, ਪੂਰੀ ਰਿਸਪੌਂਸਿਬਿਲਿਟੀ ਹੈ ਡਾਟੇ ਨੂੰ ਸੰਭਾਲ ਕੇ ਰੱਖਣ ਦੀ, ਡਾਟੇ ਨੂੰ ਕਨਫਿਗਰ ਕਰਨ ਦੀ। ਜਿਸ ਸਰਵਰ ਤੇ ਡਾਟਾ ਪਿਆ ਉਸ ਸਰਵਰ ਤੇ ਬੈਠ ਕੇ ਕੰਮ ਕਰਦਾ ਹੈ। Database administrator is the person responsible for managing information within an organization. Manage करके रखदा, इन्हू DBA भी कहने हैं, database administrator. He has many different responsibilities, but the overall goal of DBA is to keep the server up at all the times. ਜਿਹੜੇ ਸਰਵਰ ਦੇ ਉੱਤੇ database management system ਇੰਸਟਾਲ ਕੀਤਾ ਗਿਆ ਹੈ, ਡੈਟਾਬੇਸ ਮੈਨੇਜਮੈਂਟ ਸਿਸਟਮ ਜਿਹੜੇ ਸਰਵਰ ਤੇ ਇੰਸਟਾਲ ਕੀਤਾ ਗਿਆ ਹੈ, ਉਸ ਸਰਵਰ ਨੂੰ ਮੈਨੇਜ ਕਰਨਾ ਇਸ ਦਾ ਕੰਮ ਹੈ ਡੈਟਾਬੇਸ ਐਡਮਿਨਿਸਟ੍ਰੇਟਰ ਦਾ। ਉਹ ਇਸ ਨੂੰ ਮੈਨੇਜ ਕਰੇਗਾ, ਉਹਦੇ 'ਚ ਕੋਈ ਪ੍ਰੋਬਲਮ ਨਾ ਆਵੇ, ਉਹ ਹਮੇਸ਼ਾ ਚੱਲਦਾ ਰਹੇ, ਉਹ ਸ਼ਟ ਡਾਊਨ ਨਾ ਹੋ ਜਾਵੇ, ਉਹ 'ਚ ਖਰਾਬੀ ਨਾ ਹੋ ਜਾਵੇ ਕੋਈ, ਉਹ ਸਾਰੀ ਜ਼ਿੰਮੇਵਾਰੀ ਡੈਟਾਬੇਸ ਐਡਮਿਨਿਸਟ੍ਰੇਟਰ ਦੀ। ਐਂਡ ਟੂ ਪ੍ਰੋਵਾਈਡ ਯੂਜ਼ਰਸ ਵਿਦ ਐਕਸੈਸ ਟੂ ਦਾ ਰਿਕੁਆਇਰਡ ਇਨਫੋਰਮੇਸ਼ਨ ਵੈਨ ਦੇ ਨੀਡ। ਉਸ ਸਰਵਰ ਨਾਲ ਕਲਾਇੰਟ ਕਨੈਕਟਡ ਹੁੰਦੇ ਨੇ ਨੈਟਵਰਕ ਦੇ ਥਰੂ, ਤੇ ਜਿਹੜੇ ਕਲਾਇੰਟ ਉਸ ਡੈਟਾਬੇਸ ਨੂੰ ਯੂਜ਼ ਕਰ ਰਹੇ ਨੇ ਉਹਨਾਂ ਨੂੰ ਉਹਨੇ ਸਰਵਿਸ ਪ੍ਰੋਵਾਈਡ ਕਰਨੀ ਹੁੰਦੀ ਹੈ। ਸੋ ਉਹਦੇ 'ਚ ਕੋਈ ਦਿੱਕਤ ਨਾ ਆਵੇ, ਇਹ ਜ਼ਿੰਮੇਵਾਰੀ ਡੈਟਾਬੇਸ ਐਡਮਿਨਿਸਟ੍ਰੇਟਰ ਦੀ ਹੈ। ਦੂਸਰੇ ਨੇ ਐਪਲੀਕੇਸ਼ਨ ਪ੍ਰੋਗਰਾਮਰਸ, ਜਿਵੇਂ ਕਿ ਤੁਸੀਂ ਤੇ ਮੈਂ, ਆਪਾਂ ਕੀ ਕਰਦੇ ਹਾਂ, ਐਪਲੀਕੇਸ਼ਨਸ ਬਣਾਉਂਦੇ ਹਾਂ, ਪ੍ਰੋਗਰਾਮਸ ਬਣਾਉਂਦੇ ਹਾਂ ਜਿਹੜੇ ਡੈਟਾਬੇਸ ਨਾਲ ਕਨੈਕਟ ਕਰਦੇ ਨੇ, ਕਨੈਕਟ ਕਰਕੇ ਉਹਦੇ 'ਚੋਂ ਡਾਟਾ ਫੈਚ ਕਰਦੇ ਨੇ, ਰੀਡ ਕਰਦੇ ਨੇ ਅਤੇ ਯੂਜ਼ਰ ਨੂੰ ਦਿਖਾਉਂਦੇ ਨੇ। ਉਹ ਜਿਹੜੀ ਪ੍ਰੋਗਰਾਮ ਬਣਿਆ ਹੁੰਦਾ ਜਾਂ ਉਹ ਜਿਹੜਾ ਪੇਜ ਬਣਿਆ ਹੁੰਦਾ ਜਿਹਦੇ ਤੇ ਡਾਟਾ ਦਿਖਦਾ ਹੈ, ਉਹ ਐਪਲੀਕੇਸ਼ਨ ਹੁੰਦੀ ਹੈ ਤੇ ਉਸ ਨੂੰ ਐਪਲੀਕੇਸ਼ਨ ਪ੍ਰੋਗਰਾਮਰ ਬਣਾਉਂਦੇ ਨੇ। ਐਪਲੀਕੇਸ਼ਨ ਪ੍ਰੋਗਰਾਮਰਸ ਆਰ ਕੰਪਿਊਟਰ ਪ੍ਰੋਫੈਸ਼ਨਲਸ ਇੰਟਰੈਕਟਿੰਗ ਵਿਦ ਸਿਸਟਮ ਥਰੂ DML ਕਾਲਸ। DML ਡਾਟਾ ਮੈਨੂਪੂਲੇਸ਼ਨ ਲੈਂਗੁਏਜ, ਡਾਟਾ ਮੈਨੂਪੂਲੇਸ਼ਨ ਲੈਂਗੁਏਜ ਕਾਲਸ embedded in a program written in a host language। ਹੋਸਟ ਲੈਂਗੁਏਜ ਜਿਹੜੀ ਲੈਂਗੁਏਜ ਅਸੀਂ ਪ੍ਰੋਗਰਾਮਿੰਗ ਕਰਦੇ ਹਾਂ, ਜਿਵੇਂ C++, ਵਿਜ਼ੂਅਲ ਬੇਸਿਕ, ਜਾਵਾ, ਇਹਨਾਂ ਦੀ ਮਦਦ ਨਾਲ ਅਸੀਂ ਉਹ ਪ੍ਰੋਗਰਾਮ ਬਣਾਉਂਦੇ ਹਾਂ ਜੋ ਕਲਾਇੰਟ ਕੰਪਿਊਟਰ ਤੋਂ ਸਰਵਰ ਨਾਲ ਕਨੈਕਟ ਕਰਕੇ DML ਸਟੇਟਮੈਂਟਸ ਦੇ ਥਰੂ ਕਾਲਸ ਕਰਦਾ ਤੇ ਉੱਥੋਂ ਡਾਟਾ ਫੈਚ ਕਰਦਾ। ਥੀਸ ਪ੍ਰੋਗਰਾਮਸ ਆਰ ਕਾਲਡ ਐਪਲੀਕੇਸ਼ਨ ਪ੍ਰੋਗਰਾਮਸ। ਜਿਵੇਂ ਆਪਾਂ ATM ਮਸ਼ੀਨ ਤੇ ਜਾਈਏ ਤਾਂ ਉੱਥੇ ਇੱਕ ਕੰਪਿਊਟਰ ਲੱਗਿਆ ਹੁੰਦਾ, ਉਹਦੇ ਤੇ ਜਿਹੜੀ ਇੰਟਰਫੇਸ ਸਾਨੂੰ ਦਿਖ ਰਿਹਾ ਜਾਂ ਜਿਹੜਾ ਪ੍ਰੋਗਰਾਮ ਉੱਥੇ ਚੱਲ ਰਿਹਾ ਹੈ, ਜਿੱਥੇ ਅਸੀਂ ਬਟਨ ਵਗੈਰਾ ਦੱਬਦੇ ਹਾਂ, ਵਿਦਡਰਾ ਵਗੈਰਾ ਉੱਥੇ ਲਿਖਿਆ ਹੁੰਦਾ ਹੈ, ਬਟਨ ਬਣੇ ਹੁੰਦੇ ਨੇ, ਉਹ ਐਪਲੀਕੇਸ਼ਨ ਪ੍ਰੋਗਰਾਮ ਹੈ। ਉਹਨੇ ਡਾਟਾ ਬੈਂਕ ਦੇ ਸਰਵਰ ਤੋਂ ਲੈਣਾ ਇੰਟਰਨੈਟ ਦੇ ਥਰੂ। ਐਪਲੀਕੇਸ਼ਨ ਪ੍ਰੋਗਰਾਮਰਸ ਡਿਵੈਲਪ ਐਪਲੀਕੇਸ਼ਨਸ ਵਿਚ ਯੂਜ਼ਸ ਡਾਟਾਬੇਸਿਸ ਟੂ ਸਟੋਰ ਡਾਟਾ। ਡਾਟੇ ਨਾਲ ਕਮਿਊਨੀਕੇਟ ਕਰਦੀਆਂ ਨੇ ਇਹ ਐਪਲੀਕੇਸ਼ਨ। ਸੋਫਿਸਟੀਕੇਟਡ ਯੂਜ਼ਰਸ, they interact with the system without writing programs। ਪ੍ਰੋਗਰਾਮਸ ਨਹੀਂ ਲਿਖਦੇ, ਉਹ ਡਾਇਰੈਕਟਲੀ ਕੋਈ ਕੁਐਰੀ, ਡਾਟਾਬੇਸ ਕੁਐਰੀ ਜਿਹੜੀ ਹੈ ਉਹ ਐਗਜ਼ੀਕਿਊਟ ਕਰਦੇ ਆ। ਕੋਈ ਫਾਰਮ ਵਗੈਰਾ ਬਣਿਆ ਹੁੰਦਾ ਉਹਦੇ ਵਿੱਚ ਉਹ ਕੁਐਰੀ ਐਂਟਰ ਕਰਕੇ ਐਗਜ਼ੀਕਿਊਟ ਕਰਦੇ। ਦੇ ਫਾਰਮ ਰਿਕੁਐਸਟਸ ਬਾय ਰਾਈਟਿੰਗ ਕੁਐਰੀਜ਼ ਇਨ ਦਾ ਡਾਟਾਬੇਸ ਕੁਐਰੀ ਲੈਂਗੁਏਜ। SQL ਕਾਫੀ ਪਪੂਲਰ ਡਾਟਾਬੇਸ ਕੁਐਰੀ ਲੈਂਗੁਏਜ ਹੈ, ਸਟਰਕਚਰਡ ਕੁਐਰੀ ਲੈਂਗੁਏਜ ਉਹਨੂੰ ਕਹਿੰਦੇ ਆ, ਅੱਗੇ ਦੀ ਡਿਟੇਲ ਆਏਗੀ। ਉਹ ਸਟੇਟਮੈਂਟਸ ਨੂੰ ਡਾਇਰੈਕਟਲੀ ਉਹ ਯੂਜ਼ ਕਰਦੇ ਨੇ, ਉਹ ਵੀ ਐਕਸਪਰਟ ਹੁੰਦੇ ਨੇ। ਤੇ ਸਭ ਤੋਂ ਘੱਟ ਐਕਸਪਰਟ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ ਨੇਵ ਯੂਜ਼ਰਸ, ਜੋ ਐਂਡ ਯੂਜ਼ਰ ਨੇ, ਜਿਵੇਂ ਕਲਰਕ ਨੇ, ਉਹ ਕੰਪਿਊਟਰ ਤੇ ਬੈਠ ਕੇ ਉਹਨੂੰ ਯੂਜ਼ ਕਰ ਰਹੇ ਨੇ। ਉਹਨਾਂ ਨੂੰ ਨਹੀਂ ਪਤਾ ਕਿ ਇਹਦੇ 'ਚ ਐਪਲੀਕੇਸ਼ਨ ਕਿਵੇਂ ਬਣੀ ਹੈ, ਪ੍ਰੋਗਰਾਮਿੰਗ ਕਿਵੇਂ ਹੋਈ ਹੈ, ਸਰਵਰ ਤੇ ਡਾਟਾ ਕਿਵੇਂ ਜਾਂਦਾ। ਉਹਨਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਦਾ ਵੀ ਨਹੀਂ ਪਤਾ, ਉਹਨਾਂ ਨੂੰ ਸਿਰਫ ਇਹ ਪਤਾ ਵੀ ਇੱਥੇ ਕੀ ਭਰਨਾ, ਇੱਥੇ ਕੀ ਭਰਨਾ, ਇੱਥੇ ਕੀ ਭਰਨਾ, ਆਹ ਸੇਵ ਦਾ ਬਟਨ ਦੱਬਣਾ। ਉਹਨਾਂ ਨੂੰ ਬਸ ਇੰਨੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਦੇ ਆਰ ਨੇਵ ਯੂਜ਼ਰਸ। They are unsophisticated users who interact with the system by using permanent application programs। ਬਣੇ ਬਣਾਏ ਪ੍ਰੋਗਰਾਮ ਉਹਨਾਂ ਨੂੰ ਮਿਲ ਜਾਂਦੇ ਨੇ, ਉਹਨਾਂ ਦੀ ਮਦਦ ਨਾਲ ਉਹ ਕੰਮ ਕਰਦੇ ਨੇ। These users access data through application programs that have been written for them। ਉਹਨਾਂ ਦੇ ਲਈ ਬਣਾਏ ਜਾਂਦੇ ਨੇ ਉਹ ਪ੍ਰੋਗਰਾਮ। They do not need to know any details of the structure of the language of database system। ਉਹਨਾਂ ਨੂੰ ਅੰਦਰੂਨੀ
ਜਾਣਕਾਰੀ ਨਹੀਂ ਹੁੰਦੀ ਕਿ ਅੰਦਰ ਕੀ ਹੋ ਰਿਹਾ ਹੈ ਜਾਂ ਕਿਵੇਂ ਇਹ ਡਾਟਾ ਆ ਰਿਹਾ ਹੈ, ਕਿੱਥੋਂ ਆ ਰਿਹਾ ਹੈ, ਕੁਝ ਨਹੀਂ ਪਤਾ। ਦੇ ਆਰ ਨੇਵ ਯੂਜ਼ਰਸ। DBA ਬਹੁਤ ਹੀ ਜ਼ਿਆਦਾ ਰਿਸਪੌਂਸੀਬਲ ਯੂਜ਼ਰ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ ਦਾ। ਸੋ ਉਹਦੀਆਂ ਕੀ ਜ਼ਿੰਮੇਵਾਰੀਆਂ ਨੇ, ਕੀ ਰਿਸਪੌਂਸਿਬਿਲਿਟੀਜ਼ ਨੇ, ਉਹਨਾਂ ਦੀ ਗੱਲ ਕਰਾਂਗੇ। ਉਹਦਾ ਮੇਨ ਕੰਮ ਹੈ ਇੰਸਟਾਲ ਕਰਨਾ ਸਰਵਰ ਨੂੰ, ਇੰਸਟਾਲਿੰਗ ਐਂਡ ਅਪਗ੍ਰੇਡਿੰਗ ਦਾ ਡਾਟਾਬੇਸ ਸਰਵਰ ਐਂਡ ਐਪਲੀਕੇਸ਼ਨ ਟੂਲਸ ਜਿਹੜੇ ਸਰਵਰ ਤੇ ਚਾਹੀਦੇ ਨੇ, ਜਿਨ੍ਹਾਂ ਦੀ ਮਦਦ ਨਾਲ ਉਹ ਉਹਨੂੰ ਮੈਨੇਜ ਕਰੇਗਾ। ਐਲੋਕੇਟਿੰਗ ਸਿਸਟਮ ਸਟੋਰੇਜ ਐਂਡ ਪਲਾਨਿੰਗ ਫਿਊਚਰ ਸਟੋਰੇਜ ਰਿਕੁਆਇਰਮੈਂਟਸ ਫॉर ਦਾ ਡਾਟਾਬੇਸ ਸਿਸਟਮ। ਕਿੰਨੀ ਸਟੋਰੇਜ ਚਾਹੀਦੀ ਹੈ ਡਾਟਾਬੇਸ ਦੇ ਲਈ, ਡਾਟਾਬੇਸ ਕਿੰਨੀ ਸਟੋਰੇਜ ਆਕੂਪਾਈ ਕਰੇਗਾ ਤੇ ਕਿੰਨਾ ਗਰੋ ਹੋਏਗਾ ਫਿਊਚਰ ਦੇ ਵਿੱਚ, ਇਹ ਸਾਰਾ ਕੁਝ ਉਸਨੇ ਮੈਨੇਜ ਕਰਨਾ। ਮੋਡੀਫਾਈਂਗ ਦਾ ਡਾਟਾਬੇਸ ਸਟਰਕਚਰ ਐਜ਼ ਨੈਸੈਸਰੀ ਫਰੋਮ ਇਨਫੋਰਮੇਸ਼ਨ ਗਿਵਨ ਬਾय ਐਪਲੀਕੇਸ਼ਨ ਡਿਵੈਲਪਰਸ ਵਰਬਲੀ। ਐਪਲੀਕੇਸ਼ਨ ਡਿਵੈਲਪਰ ਜਿਹੜੇ ਪ੍ਰੋਗਰਾਮ ਬਣਾਉਣਗੇ, ਪ੍ਰੋਗਰਾਮਰਸ, ਉਹਨਾਂ ਦੇ ਨਾਲ ਉਹ ਕਮਿਊਨੀਕੇਟ ਕਰਦਾ ਤੇ ਉਹਨਾਂ ਦੀ ਲੋੜ ਅਨੁਸਾਰ ਉਸ ਨੂੰ ਮੋਡੀਫਿਕੇਸ਼ਨ ਵੀ ਕਰਨੀਆਂ ਪੈਂਦੀਆਂ ਨੇ ਡਾਟਾਬੇਸ ਸਟਰਕਚਰ ਦੇ ਵਿੱਚ। ਐਨਰੋਲਿੰਗ ਯੂਜ਼ਰਸ ਐਂਡ ਮੇਨਟੇਨਿੰਗ ਸਿਸਟਮ ਸਿਕਿਉਰਿਟੀ। ਜਿਹੜੇ ਵੀ ਯੂਜ਼ਰ ਡਾਟਾ ਨੂੰ ਐਕਸੈਸ ਕਰਨਗੇ ਉਹਨਾਂ ਦੀ ਐਂਟਰੀ ਕਰਾਉਣੀ ਪੈਂਦੀ ਹੈ, ਉੱਥੇ ਉਹਦਾ ਅਕਾਊਂਟ ਬਣਾਉਣਾ ਪੈਂਦਾ ਹੈ। ਇਨਰੋਲਿੰਗ ਦਾ ਮਤਲਬ ਉਹਨਾਂ ਦਾ ਉੱਥੇ ਅਕਾਊਂਟ ਬਣਦਾ ਹੈ ਤੇ ਉਹਨਾਂ ਨੂੰ ਪ੍ਰੋਪਰ ਸਿਕਿਉਰਿਟੀ ਪਾਸਵਰਡ ਵਗੈਰਾ ਦਿੱਤਾ ਜਾਂਦਾ ਹੈ। ਇਨਸ਼ੋਰਿੰਗ ਕੰਪਲਾਇੰਸ ਵਿਦ ਡਾਟਾਬੇਸ ਵੈਂਡਰ ਲਾਇਸੈਂਸ ਐਗਰੀਮੈਂਟ। ਜਦੋਂ ਵੀ ਅਸੀਂ ਇਹ ਵੱਡੇ ਵੱਡੇ ਡਾਟਾਬੇਸ ਯੂਜ਼ ਕਰਦੇ ਹਾਂ, ਸਾਨੂੰ ਕਿਸੇ ਕੰਪਨੀ ਤੋਂ ਡਾਟਾਬੇਸ ਮੈਨੇਜਮੈਂਟ ਸਿਸਟਮ ਦਾ ਪੈਕੇਜ ਲੈਣਾ ਪੈਂਦਾ, ਜਿਵੇਂ ਓਰੇਕਲ ਦਾ ਪੈਕੇਜ ਹੈ, SQL ਸਰਵਰ ਦਾ ਪੈਕੇਜ ਹੈ। ਉਹਦੇ ਲਾਇਸੈਂਸ ਹੁੰਦੇ ਨੇ ਕਿ ਉਹ ਤੁਸੀਂ 1 ਸਾਲ ਦੇ ਲਈ ਇੰਨੇ ਪੈਸੇ ਪੇ ਕਰੋਗੇ। ਉਹ ਲਾਇਸੈਂਸ ਵਗੈਰਾ ਦਾ ਧਿਆਨ ਰੱਖਣਾ ਤੇ ਟਾਈਮ ਤੇ ਲਾਇਸੈਂਸ ਲੈ ਲੈਣਾ ਵੀ ਐਕਸਪਾਇਰ ਨਾ ਹੋਵੇ, ਉਹਦੀ ਜ਼ਿੰਮੇਵਾਰੀ ਹੈ। ਕੰਟਰੋਲਿੰਗ ਐਂਡ ਮੋਨੀਟਰਿੰਗ ਯੂਜ਼ਰ ਐਕਸੈਸ ਟੂ ਦਾ ਡਾਟਾਬੇਸ। ਕੌਣ ਐਕਸੈਸ ਕਰ ਰਿਹਾ ਹੈ, ਕੋਈ ਗਲਤ ਐਕਸੈਸ ਨਾ ਕਰ ਰਿਹਾ ਹੋਵੇ, ਇਹ ਸਾਰਾ ਧਿਆਨ ਉਹ ਰੱਖਦਾ ਹੈ। ਮੋਨੀਟਰਿੰਗ ਐਂਡ ਆਪਟੀਮਾਈਜ਼ਿੰਗ ਦਾ ਪਰਫਾਰਮੈਂਸ ਆਫ ਦਾ ਡਾਟਾਬੇਸ। ਸਰਵਰ ਕਿਤੇ ਸਲੋ ਤਾਂ ਨਹੀਂ ਹੋ ਗਿਆ, ਯੂਜ਼ਰ ਜ਼ਿਆਦਾ ਤਾਂ ਨਹੀਂ ਵੱਧ ਗਏ, ਤਾਂ ਫਿਰ ਕੀ ਕਰਨਾ ਹੈ, ਉਹ ਸਾਰੇ ਟੂਲ ਉਹਦੇ ਕੋਲ ਹੁੰਦੇ ਨੇ, ਉਹ ਯੂਜ਼ ਕਰਦਾ ਹੈ। ਪਲੈਨਿੰਗ ਫॉर ਬੈਕਅਪ ਐਂਡ ਰਿਕਵਰੀ ਆਫ ਦਾ ਡਾਟਾਬੇਸ। ਡਾਟਾਬੇਸ ਇਨਫੋਰਮੇਸ਼ਨ ਕਿਸੇ ਵੇਲੇ ਵੀ ਲਾਸ ਹੋ ਸਕਦੀ ਹੈ, ਕੁਝ ਵੀ ਹੋ ਸਕਦਾ ਹੈ। ਸਿਸਟਮ ਕ੍ਰੈਸ਼ ਹੋ ਗਿਆ, ਹਾਰਡ ਡਿਸਕ ਖਰਾਬ ਹੋ ਗਈ, ਠੀਕ ਹੈ, ਮੀਂਹ ਪੈ ਗਿਆ, ਪਾਣੀ ਆ ਗਿਆ ਅੰਦਰ, ਜਾਂ ਫਲੱਡ ਆ ਗਿਆ, ਜਾਂ ਕੁਛ ਇਹ ਕਹਿ ਲਓ ਵੀ ਸ਼ਾਰਟ ਸਰਕਟ ਹੋ ਗਿਆ, ਅੱਗ ਲੱਗ ਗਈ, ਕੁਝ ਵੀ ਹੋ ਸਕਦਾ। ਸੋ ਉਹਦੀ ਰਿਸਪੌਂਸਿਬਿਲਿਟੀ ਹੈ ਕਿ ਉਹਦਾ ਰੈਗੂਲਰ ਬੈਕਅਪ ਲੈਂਦਾ ਰਹੇ, ਤਾਂ ਜੋ ਇਸ ਤਰ੍ਹਾਂ ਦਾ ਕੋਈ ਐਕਸੀਡੈਂਟ ਹੁੰਦਾ ਹੈ ਤਾਂ ਉਹ ਡਾਟਾ ਉੱਥੋਂ ਲਿਆ ਜਾ ਸਕੇ। ਮੇਨਟੇਨਿੰਗ ਆਰਕਾਈਵਡ ਡਾਟਾ। ਆਰਕਾਈਵਡ ਉਹੀ ਹੈ ਜਿਹੜਾ ਬੈਕਅਪ ਕਰਕੇ ਰੱਖਿਆ, ਉਹਨੂੰ ਮੇਨਟੇਨ ਕਰਨਾ ਕਿਸੇ ਸੇਫ ਜਗ੍ਹਾ ਤੇ ਬਾਅਦ ਦੇ ਵਿੱਚ ਉਹਦੇ ਚੋਂ ਡਾਟਾ ਲੈਣਾ ਉਹਦੀ ਜ਼ਿੰਮੇਵਾਰੀ ਹੈ। ਬੈਕਅਪ ਐਂਡ ਰੀਸਟੋਰਿੰਗ ਡਾਟਾਬੇਸਿਸ। ਬੈਕਅਪ ਲੈਂਦਾ ਰਹਿਣਾ ਤੇ ਜਦੋਂ ਵੀ ਖਰਾਬ ਹੋ ਜਾਵੇ ਤਾਂ ਰੀਸਟੋਰ ਕਰਨਾ ਉਹਦੀ ਜ਼ਿੰਮੇਵਾਰੀ ਹੈ। ਕੰਟੈਕਟਿੰਗ ਡਾਟਾਬੇਸ ਵੈਂਡਰ ਫॉर ਟੈਕਨੀਕਲ ਸਪੋਰਟ। ਜਿੱਥੋਂ ਡਾਟਾਬੇਸ ਦਾ ਪੈਕੇਜ ਦੀ ਡਾਟਾਬੇਸ ਮੈਨੇਜਮੈਂਟ ਸਿਸਟਮ ਦਾ ਪੈਕੇਜ ਲਿਆ ਗਿਆ ਜਿਹੜੀ ਕੰਪਨੀ ਤੋਂ, ਉਹਨਾਂ ਦੇ ਨਾਲ ਕਮਿਊਨੀਕੇਟ ਕਰਦਾ। ਕੋਈ ਪ੍ਰੋਬਲਮ ਹੈ ਤਾਂ ਉਹ ਸੋਲੂਸ਼ਨ ਉਹਨਾਂ ਦੋਹਾਂ ਨੇ ਆਪਸ ਵਿੱਚ ਕੰਪਨੀ ਨਾਲ ਕੰਟੈਕਟ ਕਰਕੇ ਲੱਭਣਾ ਹੁੰਦਾ ਹੈ। ਜਨਰੇਟਿੰਗ ਵੇਰੀਅਸ ਰਿਪੋਰਟਸ ਬਾय ਕੁਐਰਿੰਗ ਦਾ ਡਾਟਾਬੇਸ ਐਜ਼ ਪਰ ਦਾ ਨੀਡ। ਅਲੱਗ-ਅਲੱਗ ਤਰ੍ਹਾਂ ਦੀਆਂ ਰਿਪੋਰਟਸ ਜੋ ਮੈਨੇਜਮੈਂਟ ਮੰਗਦੀ ਹੈ, ਜਾਂ ਜਿਸ ਤਰ੍ਹਾਂ ਦੀਆਂ ਵੀ ਕੋਈ ਐਪਲੀਕੇਸ਼ਨ ਪ੍ਰੋਗਰਾਮ ਨਹੀਂ ਕਈ ਵਾਰ ਬਣਿਆ ਹੁੰਦਾ, ਤਾਂ ਉਹ ਰਿਪੋਰਟਸ ਜਿਹੜੀਆਂ ਨੇ DBA ਬਣਾ ਕੇ ਦਿੰਦਾ ਹੈ। ਡਾਟਾਬੇਸ ਸਕੈਮਾ। ਸਕੈਮਾ ਕੀ ਹੁੰਦਾ ਹੈ ਕਿ ਉਹਦਾ ਸਟਰਕਚਰ ਕੀ ਹੈ। ਸਕੈਮਾ ਦਾ ਮਤਲਬ ਹੈ ਸਟਰਕਚਰ। ਡਾਟਾਬੇਸ ਸਕੀਮਾ ਇੱਕ ਹੁੰਦਾ ਇੰਸਟੈਂਸ ਹੁੰਦਾ ਉਸਦਾ ਇੱਕ ਰਿਕਾਰਡ ਕਹਿ ਸਕਦੇ ਹੋ, ਡਾਟਾਬੇਸ ਦੀ ਭਾਸ਼ਾ 'ਚ ਰਿਕਾਰਡ ਕਹੋਗੇ, ਵੈਸੇ ਤਾਂ ਇਹ ਇੱਕ ਰੂਪ ਨੂੰ ਕਿਹਾ ਜਾਂਦਾ ਹੈ। ਕਿਸੇ ਸਟਰਕਚਰ ਨੂੰ ਜਦੋਂ ਅਸਲੀ ਰੂਪ 'ਚ ਲਈਏ ਤਾਂ ਉਹ ਇੰਸਟੈਂਸ ਮੰਨਿਆ ਜਾਂਦਾ ਹੁੰਦਾ ਹੈ। ਸੋ ਸਕੀਮਾ ਇੱਕ ਸਟਰਕਚਰ ਹੈ। ਸਟਰਕਚਰ ਇੱਥੇ ਸਿੰਪਲੀ ਹੋਏਗਾ ਵੀ ਤੁਸੀਂ ਕਿਹੜੇ ਕਾਲਮ ਨੇ ਉਹਦੇ ਵਿੱਚ, ਫੀਲਡ ਮਤਲਬ ਫੀਲਡ ਕਿਹੜੇ ਨੇ, ਉਹਨਾਂ ਦੇ ਨਾਮ ਕੀ ਨੇ, ਉਹਨਾਂ ਦੀ ਡਾਟਾ ਟਾਈਪ ਕੀ ਹੈ, ਸਾਰਾ ਕੁਝ ਸਕੀਮਾ ਦੇ ਵਿੱਚ ਆ ਗਿਆ। ਜਿਵੇਂ ਆਹ ਦੇਖੋ, ਆਹ ਮੰਨ ਲਓ ਅਸੀਂ ਇੱਕ P ਨਾਂ ਦਾ ਟੇਬਲ ਹੈ, ਉਸ ਦੇ ਵਿੱਚ ਆਹ ਵਾਲੇ ਫੀਲਡ ਨੇ P ਨੰਬਰ, P ਨੇਮ, ਪ੍ਰੋਡਕਟ ਦਾ ਪ੍ਰਾਈਸ, ਸਿਟੀ। ਇਹ ਕੀ ਨੇ? ਇਹ ਸਟਰਕਚਰ ਹੈ। ਇਹਨਾਂ ਦੀ ਡਾਟਾ ਟਾਈਪ ਵੀ ਹੋਏਗੀ ਅਲੱਗ-ਅਲੱਗ। The overall design of the database is called the database schema. In other words, the description of the database is called database schema, which is specified during database design and is not expected to change frequently. ਜਦੋਂ ਡਾਟਾਬੇਸ ਬਣਾਇਆ ਤਾਂ ਉਹਦੇ ਅੰਦਰ ਇੱਕ ਟੇਬਲ ਇਹ ਬਣਾਇਆ, ਦੂਜਾ ਟੇਬਲ ਇਹ ਬਣਾਇਆ, ਇਹਦੇ 'ਚ ਡਾਟਾ ਨਹੀਂ ਹੈ, ਸਿਰਫ ਸਟਰਕਚਰ ਹੈ। ਤੀਜਾ ਟੇਬਲ ਇਹ ਬਣਾਇਆ, ਇਹਨਾਂ ਤਿੰਨਾਂ ਟੇਬਲਸ ਦੇ ਵਿੱਚ ਡਾਟਾ ਨਹੀਂ ਹੈ, ਸਟਰਕਚਰ ਹੈ। ਸਟਰਕਚਰ ਮੀਨਸ ਟੇਬਲ ਦਾ ਸਟਰਕਚਰ। ਜਿਵੇਂ ਮੰਨ ਲਓ ਆਪਾਂ ਰਜਿਸਟਰ ਲੈ ਲਿਆ ਖਾਲੀ, ਆਪਾਂ ਉਹ 'ਚ ਡਾਟਾ ਸਟੋਰ ਕਰਨਾ, ਕੋਈ
ਆਪਾਂ ਉਹਦੇ 'ਚ ਪਹਿਲਾਂ ਲਾਈਨਾਂ ਮਾਰ ਕੇ ਕਾਲਮ ਬਣਾਉਂਦੇ ਆ, ਫਿਰ ਉੱਪਰ ਹੈਡਿੰਗ ਲਿਖਦੇ ਆ ਇਕੱਲੇ ਇਕੱਲੇ ਕਾਲਮ ਦੇ। ਕਿੰਨੀ ਜਗ੍ਹਾ ਚਾਹੀਦੀ ਹੁੰਦੀ ਆ ਉਹ ਵੀ ਧਿਆਨ ਰੱਖਦੇ ਆ, ਵੀ ਨੇਮ ਹੈ ਤਾਂ ਥੋੜ੍ਹਾ ਜਿਹਾ ਖੁੱਲਾ ਕਾਲਮ ਬਣਾਈਏ, ਜੇ ਰੋਲ ਨੰਬਰ ਹੈ ਤਾਂ ਥੋੜ੍ਹਾ ਘੱਟ ਤੰਗ ਕਾਲਮ ਵੀ ਚੱਲ ਜਾਏਗਾ। ਉਹੀ ਚੀਜ਼ ਹੈ ਕੰਪਿਊਟਰ ਦੇ ਵਿੱਚ ਵੀ ਇਦਾਂ ਹੀ ਕਾਲਮ ਬਣਦੇ ਨੇ, ਉਹਨਾਂ ਦੇ ਨਾਮ ਰੱਖੇ ਜਾਂਦੇ ਨੇ, ਉਹਨਾਂ ਦਾ ਸਾਈਜ਼ ਕਿੰਨਾ ਰੱਖਣਾ ਉਹ ਦੱਸਿਆ ਜਾਂਦਾ। ਇਸ ਚੀਜ਼ ਸਾਰਾ ਕੁਝ ਇਕੱਠਾ ਕਰਕੇ ਇੱਕ ਸਕੀਮਾ ਹੈ, ਸਟਰਕਚਰ ਹੈ। ਡਾਟਾ ਤਾਂ ਬਾਅਦ ਚ ਲਿਖਾਂਗੇ, ਪਹਿਲਾਂ ਸਟਰਕਚਰ ਤਿਆਰ ਕਰਾਂਗੇ। ਇਹ ਡਿਸਪਲੇਡ ਸਕੀਮਾ ਇਜ਼ ਕਾਲਡ ਏ ਸਕੀਮਾ ਡਾਇਗਰਾਮ, ਜਿਵੇਂ ਆ ਇੱਥੇ ਬਣੀ ਹੋਈ ਹੈ ਸਕੀਮਾ ਡਾਇਗਰਾਮ ਕਹਿ ਸਕਦੇ ਹੋ ਇਸਨੂੰ। ਇਹ ਟੇਬਲਸ ਨੇ, ਵੈਸੇ ਇਹਨਾਂ ਨੇ ਟੇਬਲ ਬਣ ਜਾਣਾ। ਨੀਚੇ ਐਗਜ਼ਾਮਪਲ ਦਿੱਤੀ ਹੈ, ਟੇਬਲ ਨੂੰ ਅਸੀਂ ਇੰਸਟੈਂਸ ਕਹਾਂਗੇ, ਇੰਸਟੈਂਸਿਸ ਆਫ ਟੇਬਲ P। ਆ ਜਿੰਨੇ ਵੀ ਇਹਦੇ ਚ ਰਿਕਾਰਡਸ ਨੇ ਦੇ ਆਰ ਇੰਸਟੈਂਸਿਸ, P1 P2 P3, 3 ਇੰਸਟੈਂਸਿਸ ਆਫ P। ਇੱਕ ਰਿਕਾਰਡ ਇੱਕ ਸਟਰਕਚਰ ਦਾ ਇੰਸਟੈਂਸ ਹੈ, ਅਸਲੀ ਰੂਪ ਹੈ ਜਿਹਦੇ ਵਿੱਚ ਅਸਲੀ ਡਾਟਾ ਹੈ। Instance, the collection of information stored in the database at a particular moment is called an instance of the database। ठीक है, ਜਿਹੜੀ ਇਨਫੋਰਮੇਸ਼ਨ ਸਟੋਰ ਹੋਈ ਹੈ, ਡਾਟਾ ਸਟੋਰ ਹੋਇਆ ਅੰਦਰ ਡਾਟਾਬੇਸ ਦੇ ਅੰਦਰ, ਉਸ ਨੂੰ ਅਸੀਂ ਇੰਸਟੈਂਸ ਬੋਲਾਂਗੇ। ਤੁਸੀਂ ਰਿਕਾਰਡ ਨੂੰ ਇੰਸਟੈਂਸ ਕਹਿ ਸਕਦੇ ਹੋ, ਸਿੰਪਲ ਮੈਂ ਅਗਰ ਦੱਸਾਂ। ਹੁਣ ਸਬ ਸਕੀਮਾ ਕੀ ਹੈ? ਉਹ ਸਕੀਮਾ ਦਾ ਛੋਟਾ ਪਾਰਟ। ਇੱਕ ਸਕੀਮਾ ਦੇ ਜਿੰਨੇ ਮਰਜ਼ੀ ਸਬ ਸਕੀਮਾ ਤੁਸੀਂ ਵਿਊ ਕਰ ਸਕਦੇ ਹੋ, ਉਹ ਯੂਜ਼ਰ ਦਾ ਵਿਊ ਹੈ। ਜਿਵੇਂ ਮੈਂ ਕੱਲਾ ਮੰਨ ਲਓ ਮੈਂ ਪੀ ਨੇਮ ਅਤੇ ਪ੍ਰੋਡਕਟ ਦੇਖਣਾ ਚਾਹੁੰਦਾ, ਬਾਕੀ ਆਹ ਤਿੰਨ ਚੀਜ਼ਾਂ ਮੈਂ ਨਹੀਂ ਦੇਖਣੀਆਂ ਚਾਹੁੰਦਾ, ਤਾਂ ਮੈਂ ਉਸ ਤਰ੍ਹਾਂ ਦੀ ਕੁਐਰੀ ਲਾ ਸਕਦਾ ਕਿ ਮੈਨੂੰ ਸਿਰਫ ਆਹ ਦੋਨੇ ਚੀਜ਼ਾਂ ਦਿਖਣ। ਉਹ ਜਿਹੜੀ ਚੀਜ਼ ਦਿਖੇਗੀ ਉਹ ਸਬ ਸਕੀਮਾ ਹੋਏਗਾ। ਜਿਹੜੇ ਮਰਜ਼ੀ 2 3 4 ਕਾਲਮ ਦੇਖ ਲਓ, ਜਾਂ ਰੋਜ਼ ਵੀ ਇਸੇ ਤਰ੍ਹਾਂ ਰਿਕਾਰਡ ਨੇ ਜਿਹੜੇ ਜ਼ਰੂਰੀ ਨਹੀਂ ਸਾਰੇ ਦੇਖਣੇ ਆ। ਕੋਈ ਕੁਐਰੀ ਲਾ ਸਕਦੇ ਆ ਵੀ ਜਿਨ੍ਹਾਂ ਦਾ ਪ੍ਰਾਈਸ ਜਿਹੜਾ 5000 ਤੋਂ ਜ਼ਿਆਦਾ, ਇਕੱਲੇ ਉਹੀ ਰਿਕਾਰਡ ਦਿਖਣ, ਤਾਂ ਫਿਰ ਇਕੱਲੇ ਆਹੀ 2 ਦਿਖਣਗੇ, ਉਹ ਇੱਕ ਅਲੱਗ ਇੰਸਟੈਂਸਿਸ ਹੋ ਜਾਣਗੇ। ਇਹ ਸਬ ਸਕੀਮਾ ਇਜ਼ ਏ ਸਬਸੈਟ ਆਫ ਸਕੀਮਾ, ਸਕੀਮਾ ਦਾ ਛੋਟਾ ਪਾਰਟ, ਉਹਦਾ ਪਾਰਟ, ਸਬ ਪਾਰਟ। The plan for a view is often called subschema। ਉਹਨੂੰ ਅਸੀਂ view ਵੀ ਕਹਿੰਦੇ, user view ਵੀ ਕਹਿੰਦੇ। Subschema refers to the application programmers ਜਾਂ users view of data, item types and record types which he or she uses। ਮੈਨੂੰ ਜਿਹੜੀ ਚੀਜ਼ ਚਾਹੀਦੀ ਹੈ ਮੈਂ ਉਹ ਦੇਖ ਰਿਹਾ, ਬਾਕੀ ਮੈਂ ਨਹੀਂ ਦੇਖ ਰਿਹਾ, ਤਾਂ ਉਹ ਮੇਰਾ ਸਬ ਸਕੀਮਾ ਹੋ ਗਿਆ। ਦੂਜਾ ਪਰਸਨ ਕੁਝ ਹੋਰ ਦੇਖਣਾ ਚਾਹੁੰਦਾ, ਜੋ ਉਹ ਦੇਖ ਰਿਹਾ ਉਹ ਉਹਦਾ ਸਬ ਸਕੀਮਾ ਹੋ ਗਿਆ। ਪਰ ਇਹ ਸਾਰੇ ਸਬ ਸਕੀਮਾ ਇੱਕੋ ਹੀ ਸਕੀਮਾ ਚੋਂ ਜਨਰੇਟ ਹੋਣੇ ਨੇ, ਕਿਉਂਕਿ ਸਕੀਮਾ ਦੇ ਵਿੱਚ ਤਾਂ ਸਾਰੇ ਰਿਕਾਰਡ ਨੇ, ਸਾਰੇ ਫੀਲਡ ਨੇ, ਉਹਨਾਂ ਦੀਆਂ ਸਾਰੀਆਂ ਦੀਆਂ ਡਾਟਾ ਟਾਈਪਸ। ਜਦੋਂ ਅਸੀਂ ਉਹ 'ਚ ਰਿਕਾਰਡ ਵਿਊ ਕਰਾਂਗੇ ਤਾਂ ਅਸੀਂ ਦੱਸਾਂਗੇ ਮੈਂ ਕਿਹੜੇ ਕਿਹੜੇ ਕਾਲਮ ਦੇਖਣੇ। ਜਿਹੜੇ ਕਾਲਮ ਮੈਂ ਦੇਖ ਰਿਹਾ ਉਹ ਮੇਰਾ ਸਬ ਸਕੀਮਾ ਹੋ ਗਿਆ। ਦੂਜਾ ਯੂਜ਼ਰ ਕੋਈ ਹੋਰ ਕਾਲਮ ਦੇਖ ਰਿਹਾ, ਉਹ ਉਹਦਾ ਸਬ ਸਕੀਮਾ ਹੋ ਗਿਆ। ਇਸ ਤਰ੍ਹਾਂ ਨਾਲ ਸਕੀਮਾ ਦੇ ਮਲਟੀਪਲ ਸਬ ਸਕੀਮਾ ਹੋ ਸਕਦੇ।